ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਕਰਨਾ ਹੈ ਮਾਤ ਭਾਸ਼ਾ ਸਿੱਖਿਆ ਦੇ ਉਦੇਸ਼ ਏਮਸ ਆਫ ਟੀਚਿੰਗ ਮਦਰ ਟੰਗ। ਤਾਂ ਕਿਸੇ ਵੀ ਕਹਿੰਦੇ ਕਾਰਜ ਨੂੰ ਕਰਨ ਦੇ ਲਈ ਉਸ ਦਾ ਕੋਈ ਨਾ ਕੋਈ ਉਦੇਸ਼ ਹੈ ਜਿਹੜਾ ਉਹ ਹੋਣਾ ਜ਼ਰੂਰੀ ਹੈ, ਕਿਉਂਕਿ ਉਦੇਸ਼ ਨੂੰ ਮਿੱਥ ਕੇ ਹੀ ਕੋਈ ਨਾ ਕੋਈ ਕਾਰਜ ਹੈ ਜਿਹੜਾ ਉਹ ਕੀਤਾ ਜਾਂਦਾ ਹੈ। ਤਾਂ ਕਾਰਟਰ ਵੀ ਗੁੱਡ ਨੇ ਲਿਖਿਆ ਹੈ ਕਿ ਉਦੇਸ਼ ਪੂਰਵ ਨਿਰਧਾਰਤ ਨਿਸ਼ਾਨਾ ਹੁੰਦਾ ਹੈ ਜੋ ਕਿਸੇ ਵੀ ਕੰਮ ਜਾਂ ਕਿਰਿਆ ਦਾ ਮਾਰਗਦਰਸ਼ਨ ਕਰਦਾ ਹੈ। ਭਾਵ ਕਿ ਆਪਾਂ ਪਹਿਲਾਂ ਸੋਚਿਆ ਹੁੰਦਾ ਹੈ ਕਿ ਇਸ ਦਾ ਉਦੇਸ਼ ਕੀ ਹੈ ਜਾਂ ਇਸ ਕੰਮ ਨੂੰ ਕਰਨ ਦਾ ਸਾਡਾ ਮਕਸਦ ਕੀ ਹੈ। ਤਾਂ ਇਸ ਤਰ੍ਹਾਂ ਸਿੱਖਿਆ ਦੇ ਖੇਤਰ ਦੇ ਵਿੱਚ ਉਦੇਸ਼, ਤਾਂ ਸਿੱਖਿਆ ਖੇਤਰ ਵਿੱਚ ਉਦੇਸ਼ ਨਿਸ਼ਚਿਤ ਕਰਨੇ ਬਹੁਤ ਜ਼ਰੂਰੀ ਨੇ, ਕਿਉਂਕਿ ਇਸ ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਪਤਾ ਲੱਗਦਾ ਰਹਿੰਦਾ ਕਿ ਉਹਨਾਂ ਦਾ ਨਿਸ਼ਾਨਾ ਕੀ ਹੈ, ਉਹਨਾਂ ਦਾ ਮਕਸਦ ਕੀ ਹੈ। ਹੁਣ ਦੇਖੋ, ਆਪਾਂ ਪੜ੍ਹਦੇ ਹਾਂ ਤਾਂ ਆਪਣਾ ਉਦੇਸ਼ ਕੀ ਹੈ ਕਿ ਆਪਾਂ ਇਗਜ਼ਾਮ ਦੇਣੇ ਨੇ, ਇਗਜ਼ਾਮ ਦੇ ਕੇ ਆਪਾਂ ਜਿਹੜਾ ਨੈਕਸਟ ਕਲਾਸ ਹੈ ਉਸ ਦੇ ਵਿੱਚ ਪ੍ਰਮੋਟ ਹੋਣਾ ਹੈ। ਤਾਂ ਜੇ ਆਪਣਾ ਕੋਈ ਉਦੇਸ਼ ਹੈ ਤਾਂ ਹੀ ਆਪਾਂ ਪੜ੍ਹ ਰਹੇ ਹਾਂ। ਤਾਂ ਇਸ ਤਰ੍ਹਾਂ ਸਿੱਖਿਆ ਦੇ ਖੇਤਰ ਦੇ ਵਿੱਚ ਉਦੇਸ਼ ਦਾ ਹੋਣਾ ਜ਼ਰੂਰੀ ਹੈ। ਇਸ ਉਦੇਸ਼ ਦੇ ਨਾਲ ਨਾਲ ਉਸ ਉਦੇਸ਼ ਨੂੰ ਪੂਰਾ ਕਰਨ ਦਾ ਜਿਹੜਾ ਢੰਗ, ਵਿਧੀ ਉਹ ਵੀ ਪਤਾ ਹੋਣੀ ਜ਼ਰੂਰੀ ਹੈ, ਕਿਉਂਕਿ ਜਦੋਂ ਤੱਕ ਅਸੀਂ ਸਹੀ ਰਾਹ 'ਤੇ ਨਹੀਂ ਚੱਲਾਂਗੇ ਉਦੋਂ ਤੱਕ ਆਪਾਂ ਆਪਣੇ ਉਦੇਸ਼ ਦੇ ਵਿੱਚ ਜਿਹੜੇ ਕਾਮਯਾਬ ਹੈ ਉਹ ਨਹੀਂ ਹੋਵਾਂਗੇ। ਤਾਂ ਮਾਤ ਭਾਸ਼ਾ ਸਿੱਖਿਆ ਦੇ ਉਦੇਸ਼ ਦੇਖੋ, ਜਿਹੜੀ ਮਾਤ ਭਾਸ਼ਾ ਦੀ ਸਿੱਖਿਆ ਹੈ ਇਹਦਾ ਉਦੇਸ਼ ਕੀ ਹੈ? ਇਹਦਾ ਉਦੇਸ਼ ਕੀ ਹੈ? ਬੱਚੇ ਦਾ ਸਰਬਪੱਖੀ ਵਿਕਾਸ ਕਰਨਾ। ਬੱਚਿਆਂ ਦਾ ਬੌਧਿਕ, ਨੈਤਿਕ ਅਤੇ ਸੰਸਕ੍ਰਿਤਿਕ ਵਿਕਾਸ ਉਹਨਾਂ ਦੀ ਭਾਸ਼ਾ ਸਮਰੱਥਾ ਉੱਤੇ ਨਿਰਭਰ ਕਰਦਾ ਹੈ ਕਿ ਉਹਨਾਂ ਦੀ ਜਿਹੜੀ ਭਾਸ਼ਾ ਹੈ ਉਹ ਕਿੰਨੀ ਕੁ ਜ਼ਿਆਦਾ ਪ੍ਰਭਾਵਸ਼ਾਲੀ ਹੈ। ਕਿਉਂਕਿ ਬੱਚਾ ਸ਼ੁਰੂ ਦੇ ਵਿੱਚ ਆਪਣੇ ਘਰ ਦੇ ਮਾਹੌਲ ਦੇ ਵਿੱਚ ਜਿਹੜੀ ਭਾਸ਼ਾ ਹੈ ਉਹ ਅਨੁਕਰਨ ਵਿਧੀ ਦੁਆਰਾ ਆਪਣੇ ਪਰਿਵਾਰ ਜਾਂ ਮਾਤਾ ਤੋਂ ਸਿੱਖਦਾ ਹੈ। ਤਾਂ ਇਸ ਤਰ੍ਹਾਂ ਉਸ ਦਾ ਜਿਹੜਾ ਵਿਕਾਸ ਹੈ ਉਹ ਭਾਸ਼ਾ ਦੇ ਉੱਤੇ ਨਿਰਭਰ ਕਰਦਾ ਹੈ, ਕਿਉਂਕਿ ਉਸ ਭਾਸ਼ਾ ਦੇ ਜ਼ਰੀਏ ਹੀ ਉਹ ਆਪਣੇ ਵਿਚਾਰ ਦੂਜਿਆਂ ਤੱਕ ਪ੍ਰਗਟ ਕਰਦਾ ਹੈ। ਤਾਂ ਉਸ ਤੋਂ ਅੱਗੇ ਮਾਤ ਭਾਸ਼ਾ ਦੇ ਉਪਰੋਕਤ ਪ੍ਰਯੋਗ ਅਤੇ ਗੁਣਾਂ ਦੇ ਆਧਾਰ 'ਤੇ ਉਸ ਸਿੱਖਿਆ ਦੇ ਉਦੇਸ਼ ਨਿਸ਼ਚਿਤ ਕੀਤੇ ਜਾਂਦੇ ਨੇ। ਦੇਖੋ, ਸਭ ਤੋਂ ਪਹਿਲਾਂ ਹੈ ਪੰਜਾਬੀ ਅਧਿਆਪਨ ਦੇ ਸਧਾਰਨ ਵਿਆਪਕ ਉਦੇਸ਼। ਦੇਖੋ, ਸਧਾਰਨ ਉਦੇਸ਼ਾਂ ਦੇ ਵਿੱਚ ਕੀ ਹੈ ਕਿ ਬੱਚਾ ਸ਼ੁੱਧ ਬੋਲਦਾ ਕਿਵੇਂ ਹੈ, ਕਿਵੇਂ ਲਿਖਣਾ, ਸ਼ੁੱਧ ਸਰਲ ਸਪਸ਼ਟ ਭਾਸ਼ਾ ਅਤੇ ਆਪਣੇ ਭਾਵਾਂ ਦਾ ਵਿਚਾਰ ਕਰਨਾ, ਆਪਣੇ ਭਾਵ ਦੂਜਿਆਂ ਅੱਗੇ ਪ੍ਰਗਟ ਕਰਨਾ, ਸਵੈ ਪ੍ਰਗਟਾਵੇ ਦਾ ਜਿਹੜਾ ਸਾਧਨ ਹੈ ਭਾਸ਼ਾ, ਅਤੇ ਗਿਆਨ ਪ੍ਰਾਪਤ ਕਰਨ ਦੇ ਮਨੋਰੰਜਨ ਲਈ ਪੜ੍ਹਨਾ ਸਿਖਾਉਣਾ, ਬੱਚਿਆਂ ਨੂੰ ਸਾਹਿਤ ਸਿਰਜਣਾ ਕਰਨ ਦੀ ਪ੍ਰੇਰਨਾ ਦੇਣਾ, ਬੱਚਿਆਂ ਦੇ ਵਿੱਚ ਸਮਾਜ ਹਿਤਕਾਰੀ ਆਚਰਣ ਕਰਨ ਦੀ ਪ੍ਰਵਿਰਤੀ ਦਾ ਵਿਕਾਸ ਕਰਨਾ, ਅਤੇ ਗਿਆਨ ਖੇਤਰ ਦੇ ਵਿੱਚ ਬੱਚੇ ਦਾ ਜਿਹੜਾ ਸਰਬਪੱਖੀ ਵਿਕਾਸ ਹੈ ਉਹ ਕਰਨਾ ਪੰਜਾਬੀ ਭਾਸ਼ਾ ਦਾ ਜਿਹੜਾ ਮੁੱਖ ਉਦੇਸ਼ ਹੈ। ਤਾਂ ਉਸ ਤੋਂ ਅੱਗੇ ਆ ਗਏ ਇਸ ਦੇ ਬੁਨਿਆਦੀ ਉਦੇਸ਼। ਬੁਨਿਆਦੀ ਉਦੇਸ਼ ਦੇ ਵਿੱਚ ਕੀ ਹੈ? ਗਿਆਨਾਤਮਕ। ਗਿਆਨਾਤਮਕ ਕੀ ਹੈ? ਜੋ ਅਸੀਂ ਸਿੱਖਦੇ ਹਾਂ, ਕਿਸੇ ਦੁਆਰਾ ਸਿੱਖਦੇ ਹਾਂ। ਦੇਖੋ, ਬੱਚਾ ਹੈ ਜਿਹੜਾ ਉਹ ਘਰ ਦੇ ਵਿੱਚ ਅਨੁਕਰਨ ਵਿਧੀ ਦੁਆਰਾ ਬੋਲਣਾ ਸਿੱਖ ਜਾਂਦਾ ਹੈ, ਪਰ ਉਹ ਸਹੀ ਅਰਥਾਂ ਦੇ ਵਿੱਚ ਧੁਨੀ, ਸ਼ਬਦ ਅਤੇ ਵਾਕਾਂ ਦਾ ਪ੍ਰਯੋਗ ਹੈ ਜਿਹੜਾ ਉਹ ਸਕੂਲ ਵਿੱਚ ਜਾ ਕੇ ਹੀ ਕਰਨਾ ਸਿੱਖੇਗਾ। ਸੰਸਕ੍ਰਿਤਿਕ, ਪ੍ਰਾਣਿਕ, ਵਿਵਹਾਰਿਕ ਅਤੇ ਜੀਵਨ ਗਾਥਾਵਾਂ, ਤੱਥਾਂ, ਘਟਨਾਵਾਂ ਆਦਿ ਦਾ ਗਿਆਨ। ਤਾਂ ਇਹ ਸਾਰਾ ਕੁਝ ਕੀ ਹੈ? ਉਸ ਦੇ ਬੁਨਿਆਦੀ ਉਦੇਸ਼ ਦੇ ਵਿੱਚ ਸ਼ਾਮਲ ਹੈ। ਰਚਨਾ ਕਰਨਾ ਅਤੇ ਮੌਖਿਕ ਅਤੇ ਲਿਖਤ ਰੂਪਾਂ ਦਾ ਗਿਆਨ ਦੇਣਾ, ਜਿਸ ਦੇ ਵਿੱਚ ਵਾਰਤਾਲਾਪ, ਭਾਸ਼ਣ, ਸੰਵਾਦ, ਇੰਟਰਵਿਊ, ਨਿਬੰਧ, ਕਹਾਣੀ ਅਜਿਹਾ ਜਿਹੜਾ ਕੁਝ ਸ਼ਾਮਲ ਹੈ ਕੀਤਾ ਜਾਂਦਾ ਹੈ। ਉਸ ਤੋਂ ਅੱਗੇ ਆ ਗਿਆ ਕੌਸ਼ਲਾਤਮਿਕ ਉਦੇਸ਼। ਤਾਂ ਇਸ ਦੇ ਵਿੱਚ ਭਾਸ਼ਾ ਕੌਸ਼ਲਾਂ ਤੋਂ, ਜਿਸ ਵਿੱਚ ਪੜ੍ਹਨਾ, ਲਿਖਣਾ, ਸੁਣਨਾ, ਬੋਲਣਾ। ਦੇਖੋ, ਭਾਸ਼ਾ ਦੇ ਜਿਹੜੇ 4 ਕੌਸ਼ਲ ਨੇ। ਪਹਿਲਾਂ ਦੇਖੋ, ਆਪਾਂ ਸੁਣਦੇ ਹਾਂ, ਬੋਲਦੇ ਹਾਂ, ਪੜ੍ਹਦੇ ਹਾਂ ਅਤੇ ਲਿਖਦੇ ਹਾਂ। ਤਾਂ ਇਸ ਤਰ੍ਹਾਂ ਸੁਣ ਕੇ ਅਰਥ ਗ੍ਰਹਿਣ ਕਰਨਾ ਜਾਂ ਭਾਵ ਗ੍ਰਹਿਣ ਕਰਨ ਦੀ ਸਮਰੱਥਾ ਦਾ ਵਿਕਾਸ ਕਰਨਾ। ਤਾਂ ਭਾਸ਼ਾ ਦਾ ਉਦੇਸ਼ ਹੈ ਕਿ ਜਦੋਂ ਕੋਈ ਸਾਡੇ ਸਾਹਮਣੇ ਕੁਝ ਬੋਲ ਰਿਹਾ ਹੈ, ਭਾਵ ਜੇ ਟੀਚਰ ਬੋਲ ਰਿਹਾ ਤਾਂ ਬੱਚਾ ਉਸ ਨੂੰ ਸੁਣ ਕੇ ਲਿਖਦਾ, ਤਾਂ ਇਹ ਉਸਦਾ ਹੁੰਦਾ ਹੈ ਲਿਖਣ ਕੌਸ਼ਲ ਦਾ ਵਿਕਾਸ।
ਤੇ ਤੱਥਾਂ ਨੂੰ ਭਾਵ ਪੜ੍ਹ ਕੇ ਭਾਵ ਗ੍ਰਹਿਣ ਕਰਨ ਦੀ ਸਮਰੱਥਾ, ਗਦ ਪਦ ਪੜ੍ਹ ਕੇ ਅਰਥ ਗ੍ਰਹਿਣ ਕਰਨਾ। ਦੇਖੋ ਗਦ ਹੁੰਦੀ ਹੈ ਵਾਰਤਕ, ਤੇ ਲਿਖ ਕੇ ਭਾਵਾਤਮਕ ਪ੍ਰਗਟਾ ਕਰਨਾ। ਉਸ ਤੋਂ ਅੱਗੇ ਆ ਗਏ ਕਲਾਤਮਕ ਉਦੇਸ਼। ਪੰਜਾਬੀ ਸਿੱਖਿਆ ਦੇ ਮਾਧਿਅਮ ਨਾਲ ਇਸ ਸੰਬੰਧ ਵਿੱਚ ਦੋ ਉਦੇਸ਼ਾਂ ਦੀ ਜਿਹੜੀ ਪੂਰਤੀ ਹੁੰਦੀ ਹੈ, ਭਾਸ਼ਾ ਅਤੇ ਸਾਹਿਤ ਵਿੱਚ ਰੁਚੀ ਅਤੇ ਸਦ ਪ੍ਰਵਿਰਤੀਆਂ ਦਾ ਵਿਕਾਸ, ਜਿਵੇਂ ਸਾਡੇ ਅੰਦਰ ਦੇਸ਼ ਪਿਆਰ, ਸ਼ਰਧਾ, ਯਕੀਨ, ਸੰਵੇਦਨਸ਼ੀਲ ਅਤੇ ਸਮਾਜਿਕ ਜਿਹੜੇ ਮੁੱਲ, ਨੈਤਿਕ ਕਦਰਾਂ ਕੀਮਤਾਂ ਦਾ ਵਿਕਾਸ ਹੈ ਜਿਹੜਾ ਉਹ ਆ ਜਾਂਦਾ ਹੈ। ਸਿਰਜਣਾਤਮਕ ਦੇ ਵਿੱਚ ਕੀ ਆਉਂਦਾ ਹੈ? ਆਪਣੀ ਬੱਚਿਆਂ ਨੂੰ ਪ੍ਰੇਰਨਾ ਦੇਣਾ ਕਿ ਉਹ ਕੋਈ ਨਾ ਕੋਈ ਸਿਰਜਣਾ ਕਰਨ, ਕੁਝ ਲਿਖਣ, ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਮੌਲਿਕ ਹੋਣ। ਮੌਲਿਕ ਕੀ ਹੁੰਦਾ ਹੈ? ਨਵੀਨਤਾ, ਭਾਵ ਉਹਨਾਂ ਦੇ ਵਿੱਚ ਨਵੀਨਤਾ ਹੋਵੇ। ਇਸ ਕੰਮ ਲਈ ਨਿਬੰਧ, ਕਹਾਣੀ, ਸੰਵਾਦ, ਨਾਟਕ, ਨਾਵਲ ਅਤੇ ਕਵਿਤਾ ਨੂੰ ਮਾਧਿਅਮ ਬਣਾਇਆ ਜਾਂਦਾ ਹੈ। ਉਸ ਤੋਂ ਅੱਗੇ ਆ ਕੇ ਸੁਹਜਾਤਮਕ ਉਦੇਸ਼। ਦੇਖੋ ਜਿਹੜੀ ਭਾਸ਼ਾ ਹੈ, ਜਿਹੜਾ ਸਾਹਿਤ ਹੈ, ਉਹ ਹੁੰਦਾ ਹੀ ਸੁਹਜ ਹੈ। ਤਾਂ ਇਸ ਸੁਹਜ ਦੇ ਵਿੱਚ ਇਸ ਉਦੇਸ਼ ਦਾ ਮੁੱਖ ਕਾਰਜ ਵਿਦਿਆਰਥੀਆਂ ਵਿੱਚ ਸੁੰਦਰਤਾ ਪ੍ਰਤੀ ਸੁਹਜਾਤਮਕ ਬਿਰਤੀ ਉਤਪੰਨ ਕਰਨਾ। ਕਾਵਿ ਵਿੱਚ ਪ੍ਰਗਟ ਭਾਵਾਂ ਨੂੰ ਗ੍ਰਹਿਣ ਕਰਨ ਦੀ ਯੋਗਤਾ, ਕਾਵਿ ਦੀ ਸੁੰਦਰਤਾ, ਆਪਣੇ ਸੱਭਿਆਚਾਰ ਦੇ ਵਿਰਸੇ ਅਤੇ ਸੱਭਿਆਚਾਰ ਨਾਲ ਪਿਆਰ ਉਤਪੰਨ ਕਰਨਾ। ਲੋਕ ਗੀਤ, ਸਾਡੇ ਲੋਕ ਨਾਟਕ, ਜਿਹੜੇ ਸਾਡੇ ਲੋਕ ਸਾਹਿਤ ਹੈ, ਉਸ ਨੂੰ ਪੜ੍ਹਨ ਦੀ ਜਿਹੜੀ ਰੁਚੀ ਹੈ ਉਹ ਵਿਦਿਆਰਥੀਆਂ ਦੇ ਵਿੱਚ ਪੈਦਾ ਕਰਨੀ। ਇਹ ਸਾਡਾ ਜਿਹੜਾ ਮਾਤ ਭਾਸ਼ਾ, ਸਾਡੀ ਪੰਜਾਬੀ ਭਾਸ਼ਾ ਦਾ ਉਦੇਸ਼ ਹੈ। ਰਸਾਤਮਿਕ ਅਤੇ ਸਮੀਖਿਆਤਮਕ ਉਦੇਸ਼। ਦੇਖੋ ਰਸਾਤਮਿਕ ਅਤੇ ਸਮੀਖਿਆ ਦੇ ਜਿਹੜੇ ਉਦੇਸ਼ ਨੇ, ਉਹਨਾਂ ਦੇ ਵਿੱਚ ਰਸਾਤਮਕ ਅਤੇ ਸਮੀਖਿਆਤਮਕ ਉਦੇਸ਼ਾਂ ਦੇ ਵਿੱਚ ਸਾਹਿਤ ਦੇ ਦੋ ਮਹੱਤਵਪੂਰਨ ਉਦੇਸ਼ ਨੇ, ਜਿਹਦੇ ਵਿੱਚ ਸਾਹਿਤ ਦੀ ਰਸਾਤਮਿਕ ਬਿਰਤੀ ਦਾ ਅਨੁਭਵ ਕਰਾਉਣਾ ਕਿ ਸਾਹਿਤ ਦੇ ਵਿੱਚ ਜਿਹੜਾ ਸੁਹਜ ਹੈ, ਸੁੰਦਰਤਾ ਹੈ ਅਤੇ ਇਹ ਇੱਕ ਕਲਾ ਹੈ। ਅਤੇ ਸਾਹਿਤ ਦੀ ਸਧਾਰਨ ਜਿਹੜੀ ਆਲੋਚਨਾ, ਸਮੀਖਿਆ, ਕਿ ਸਾਹਿਤ ਦੀ ਜਦੋਂ ਆਪਾਂ ਸਾਹਿਤ ਨੂੰ ਪੜ੍ਹਦੇ ਹਾਂ ਤਾਂ ਇਸ ਦੇ ਵਿੱਚ ਇਸ ਦੇ ਚੰਗੇ ਪੱਖ ਅਤੇ ਮਾੜੇ ਪੱਖਾਂ ਦਾ ਜਿਹੜਾ ਸਾਨੂੰ ਜਾਣਕਾਰੀ ਦੇਣਾ, ਉਹ ਇਸ ਦਾ ਉਦੇਸ਼ ਹੈ। ਵਿਨੋਦਾਤਮਕ ਉਦੇਸ਼। ਇਹਨਾਂ ਉਦੇਸ਼ਾਂ ਦੇ ਵਿੱਚ ਬਹੁਮੁਖੀ ਮਨੋਰੰਜਨ ਪੈਦਾ ਕੀਤਾ ਜਾਂਦਾ, ਜਿਵੇਂ ਜਿਹੜਾ ਪੰਜਾਬੀ ਭਾਸ਼ਾ ਦਾ ਅਧਿਆਪਕ ਹੋਵੇਗਾ, ਉਸ ਦਾ ਉਦੇਸ਼ ਹੋਵੇਗਾ ਕਿ ਉਹ ਸਾਨੂੰ ਕਵਿਤਾ, ਕਹਾਣੀ, ਨਾਵਲ, ਨਾਟਕ ਜਾਂ ਸਾਹਿਤ ਦੇ ਹਰ ਇੱਕ ਰੂਪ ਦੇ ਵਿੱਚ ਤੁਹਾਡੀ ਜਿਹੜੀ ਰੁਚੀ ਹੈ ਉਹ ਉਤਪੰਨ ਕਰੇ, ਤਾਂ ਕਿ ਤੁਸੀਂ ਪੰਜਾਬੀ ਭਾਸ਼ਾ ਦੀ ਸਾਹਿਤ ਤੋਂ ਜਾਣੂ ਹੋ ਸਕੋ। ਇਹ ਸੀਗੀ ਜਿਹੜੀ ਆਪਾਂ ਕੀਤੀ ਹੈ ਪੰਜਾਬੀ ਭਾਸ਼ਾ ਦੇ ਵਿੱਚ ਉਦੇਸ਼। ਥੈਂਕ ਯੂ।